ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਰਾਂਗੇ ਪੰਜਾਬ ਦੇ ਵਿੱਚ ਖੜੀ ਹੋਈ ਦਲਿਤ ਪੱਤੇ ਦੇ ਉੱਤੇ ਸਿਆਸਤ ਦੀ। ਜੀ ਹਾਂ, ਹੁਣ ਦਲਿਤਾਂ ਦਾ ਪ੍ਰੇਮ ਪਿਆਰ ਸਿਆਸਤ ਦੇ ਵਿੱਚ ਜਾਗ ਚੁੱਕਿਆ। ਵੱਖ-ਵੱਖ ਸਿਆਸੀ ਬਿਆਨ ਬੀਤੇ ਦਿਨ ਦੇ ਵਿੱਚ ਵੇਖਣ ਨੂੰ ਮਿਲਿਆ। ਇੱਕ ਪਾਸੇ ਜਿੱਥੇ ਪੂਰਾ ਮੁਲਕ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾ ਰਹੀ ਸੀ, ਉਧਰ ਦੂਜੇ ਪਾਸੇ ਸਿਆਸਤਦਾਨਾਂ ਦੇ ਵੱਲੋਂ ਸਿਆਸੀ ਬਿਆਨ ਦਿੱਤੇ ਜਾ ਰਹੇ ਸੀ। ਇਸ ਦੀ ਸ਼ੁਰੂਆਤ ਕੀਤੀ ਗਈ ਸੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ, ਪਰ ਇਸ ਦਾ ਪਲਟਵਾਰ ਸਾਰੀਆਂ ਹੀ ਸਿਆਸੀ ਧਿਰਾਂ ਦੇ ਵੱਲੋਂ ਕੀਤਾ ਗਿਆ। ਇਸ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਸ਼ੁਰੂਆਤ ਇਸ ਕਦਰ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਹੈ ਕਿ 2022 ਦੇ ਵਿੱਚ ਜੇਕਰ ਚੋਣਾਂ ਦੇ ਦਰਮਿਆਨ ਅਕਾਲੀ ਦਲ ਦੀ ਸਰਕਾਰ ਬਣਦੀ ਆ ਤਾਂ ਅਕਾਲੀ ਦਲ ਦੇ ਵੱਲੋਂ ਉਪ ਮੁੱਖ ਮੰਤਰੀ ਦਾ ਚਿਹਰਾ ਦਲਿਤ ਸਮਾਜ ਦੇ ਵਿੱਚੋਂ ਲਿਆ ਜਾਏਗਾ, ਜਿਸ ਤੋਂ ਬਾਅਦ ਪੂਰੇ ਪੰਜਾਬ ਦੀ ਸਿਆਸਤ ਪੱਖੀ ਹੈ ਤੇ ਸਾਰੀਆਂ ਧਿਰਾਂ ਨੇ ਇਸ ਦੇ ਉੱਤੇ ਜਵਾਬ ਦਿੱਤਾ ਹੈ। ਕਾਂਗਰਸ ਨੇ ਵੀ ਇਸ ਨੂੰ ਡਰਾਮਾ ਕਰਾਰ ਦਿੱਤਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ, ਕੈਪਟਨ ਕਹਿੰਦੇ ਕਿ ਅੱਜ ਤੱਕ ਸੁਖਬੀਰ ਸਿੰਘ ਬਾਦਲ ਨੇ ਕੀਤਾ ਕੀ ਹੈ ਦਲਿਤ ਸਮਾਜ ਦੇ ਲਈ ਉਹ ਦੱਸਣ। ਇਸ ਦੇ ਉੱਤੇ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣਦੇ ਹਾਂ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਆਏ ਸਿਆਸੀ ਪ੍ਰਤੀਕਰਮ ਸੁਣਾਵਾਂਗੇ। ਅੱਜ ਦੇ ਦਿਨ ਬਾਬਾ ਸਾਹਿਬ ਜੀ ਦਾ 130ਵਾਂ ਜਨਮ ਦਿਹਾੜਾ ਹੈ। ਮੈਂ ਦੋ ਤਿੰਨ ਗੱਲਾਂ ਮੈਂ ਐਲਾਨ ਕਰਨਾ ਚਾਹੁੰਦਾ। ਇੱਕ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਆਊਗੀ, ਪਰਮਾਤਮਾ ਮਿਹਰ ਕਰੇ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ, ਬਾਬਾ ਸਾਹਿਬ ਜੀ ਦੇ ਆਸ਼ੀਰਵਾਦ ਨਾਲ, ਪਰਮਾਤਮਾ ਦੇ ਆਸ਼ੀਰਵਾਦ ਨਾਲ ਜਦੋਂ ਸਰਕਾਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ, ਬਾਬਾ ਸਾਹਿਬ ਜੀ ਦੀ ਯਾਦ ਦੇ ਨਾਂ ਤੇ ਇੱਕ ਬਹੁਤ ਵਧੀਆ ਯੂਨੀਵਰਸਿਟੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਂ ਤੇ ਯੂਨੀਵਰਸਿਟੀ ਦੁਆਬੇ ਵਿੱਚ ਬਣਾਈ ਜਾਊਗੀ। ਇੱਕ ਬਹੁਤ ਵਧੀਆ ਯੂਨੀਵਰਸਿਟੀ, ਜਿਸ ਯੂਨੀਵਰਸਿਟੀ ਰਹੇ ਉਹਨਾਂ ਦੇ ਜੋ ਵਿਚਾਰ ਹੈ, ਉਹਨਾਂ ਦੀ ਸੋਚ ਹੈ, ਆਪਣੀ ਨਵੀਂ ਪੀੜ੍ਹੀ ਨੂੰ ਦਿੱਤੀ ਜਾਊਗੀ। ਦੂਜਾ ਵੱਡਾ ਕੰਮ, ਸ਼੍ਰੋਮਣੀ ਅਕਾਲੀ ਦਲ ਪਰਮਾਤਮਾ ਮਿਹਰ ਕਰੇ ਸਰਕਾਰ ਬਣਾਏ ਤੇ ਜੋ ਡਿਪਟੀ ਸੀਐਮ ਹੈ ਅਸੀਂ ਦਲਿਤ ਪਰਿਵਾਰ ਚੋਂ ਲਵਾਂਗੇ, ਐਸਸੀ ਪਰਿਵਾਰ ਚੋਂ ਅਸੀਂ ਇੱਕ ਡਿਪਟੀ ਸੀਐਮ। ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਦੇ ਉੱਤੇ ਵੱਖ-ਵੱਖ ਸਿਆਸੀ ਧਿਰਾਂ ਦੇ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ। ਇਹ ਸੁਭਾਵਿਕ ਰਹਿੰਦਾ ਕਿ ਸਿਆਸਤ ਦੇ ਵਿੱਚ ਇੱਕ ਦੂਜੇ ਤੋਂ ਵੱਧ ਕੇ ਜਵਾਬ ਦਿੱਤੇ ਜਾਂਦੇ ਨੇ। ਬਿਆਨਾਂ ਦੇ ਵਿੱਚ ਆਮ ਲੋਕਾਂ ਨੂੰ ਕੁਝ ਇਸ ਕਦਰ ਸੁਪਨੇ ਵਿਖਾਏ ਜਾਂਦੇ ਨੇ ਜੋ ਸੁਪਨੇ ਕਦੇ-ਕਦੇ ਨਾ ਸਾਕਾਰ ਹੁੰਦੇ ਵੀ ਨਜ਼ਰ ਆਉਂਦੇ ਨੇ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਉਪ ਮੁੱਖ ਮੰਤਰੀ ਦੇ ਚਿਹਰਾ ਐਲਾਨਣ ਦਾ ਐਲਾਨ ਕੀਤਾ, ਉਧਰ ਦੂਜੇ ਪਾਸੇ ਭਾਜਪਾ ਨੇ ਉਸ ਤੋਂ 2 ਕਦਮ ਉੱਤੇ ਉੱਠ ਕੇ ਐਲਾਨ ਕਰ ਦਿੱਤਾ ਹੈ। ਭਾਜਪਾ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜੇਕਰ 2022 ਦੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਦਾ ਚਿਹਰਾ ਹੀ ਦਲਿਤ ਸਮਾਜ ਦੇ ਵਿੱਚੋਂ ਲਿਆ ਜਾਏਗਾ। ਪਹਿਲਾਂ ਭਾਜਪਾ ਦਾ ਬਿਆਨ ਤੇ ਉਸ ਦੇ ਉੱਤੇ ਕਾਂਗਰਸ ਦਾ ਪ੍ਰਤੀਕਰਮ। ਐਸਾ ਹੈ ਕਿ ਜਦੋਂ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਮੁੱਖ ਮੰਤਰੀ ਦਲਿਤ ਹੋਏਗਾ ਤੇ ਸਾਰੇ ਕਹਿੰਦੇ ਉਹ ਗਲਤ ਹੈ। ਅੱਜ ਸੁਖਬੀਰ ਜੀ ਨੇ ਕਿਹਾ, ਸੁਖਬੀਰ ਜੀ ਇਹ ਗੱਲ ਕੈਪਟਨ ਸਾਹਿਬ ਨੇ ਵੀ ਕਹੀ ਸੀ ਕਿ ਦਲਿਤ ਭਾਈਚਾਰੇ ਤੋਂ ਉਪ ਮੁੱਖ ਮੰਤਰੀ ਹੋਏਗਾ। ਮੈਂ ਪੁੱਛਣਾ ਚਾਹਨਾ ਉਪ ਹੀ ਕਿਉਂ, ਮੁੱਖ ਮੰਤਰੀ ਕਿਉਂ ਨਹੀਂ ਹੋਏਗਾ? 38% ਜਿਸ ਸਟੇਟ 'ਚ ਲਗਭਗ ਕੁਝ ਆંકੜੇ ਕਹਿੰਦੇ 34%, ਕੁਝ ਆંકੜੇ ਕਹਿੰਦੇ 38% ਆਬਾਦੀ ਹੈ ਦਲਿਤ ਭਾਈਚਾਰੇ ਦੀ। ਲਗਭਗ 30% ਤੋਂ ਜ਼ਿਆਦਾ OBC ਭਾਈਚਾਰੇ ਦੀ ਆਬਾਦੀ ਹੈ। ਉਸ ਪ੍ਰਦੇਸ਼ ਦਾ ਮੁੱਖ ਮੰਤਰੀ ਕੇਵਲ ਇੱਕ ਕਾਸਟ ਤੋਂ ਹੀ ਅੱਜ ਤੱਕ ਕਿਉਂ ਬੰਦਾ ਆ ਰਿਹਾ? ਕਿਉਂ ਅਸੀਂ ਦਲਿਤ ਭਾਈਚਾਰੇ ਦੇ ਪਰਿਵਾਰਾਂ ਨੂੰ, ਬੱਚਿਆਂ ਨੂੰ ਮੌਕਾ ਕਿਉਂ ਨਹੀਂ ਦੇ ਰਹੇ? ਇਸ ਵਿੱਚ ਉਪ ਹੀ ਕਿਉਂ? ਸੁਖਬੀਰ ਜੀ, ਮੁੱਖ ਮੰਤਰੀ ਕਿਉਂ ਨਹੀਂ ਹੋਣਾ ਚਾਹੀਦਾ ਦਲਿਤ ਭਾਈਚਾਰੇ ਦਾ? ਔਰ ਕੈਪਟਨ ਸਾਹਿਬ, ਤੁਸੀਂ ਤੇ ਝੂਠ ਬੋਲਿਆ ਸੀ, ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ, ਲੇਕਿਨ ਸਰਕਾਰ ਜਾਣ ਦਾ ਟਾਈਮ ਆ ਗਿਆ, ਹਜੇ ਤੱਕ ਉਹ ਕੰਮ ਨਹੀਂ ਹੋ ਪਾਇਆ। बीजेपी आई तो मुख्यमंत्री दलित होएगा। मैं कहना क्यों नहीं होएगा? सानू मौका मिले पंजाब के अंदर नेता बनाने का,
ਵਿਧਾਇਕ ਦਲ ਦਾ। ਅਸੀਂ ਭਗਤ ਚੂਨੀ ਲਾਲ ਜੀ ਨੂੰ ਵਿਧਾਇਕ ਦਲ ਦਾ 5 ਸਾਲ ਨੇਤਾ ਰੱਖਿਆ ਔਰ ਕਾਂਗਰਸ ਨੇ ਅੱਜ ਤੱਕ ਵੀ ਦਲਿਤ ਭਾਈਚਾਰੇ ਦਾ ਉਪ ਮੁੱਖ ਮੰਤਰੀ ਜਾਂ ਦਲਿਤ ਭਾਈਚਾਰੇ ਦਾ ਨੇਤਾ ਨਹੀਂ ਰੱਖਿਆ। ਭਾਰਤੀ ਜਨਤਾ ਪਾਰਟੀ हर भाईचारे का सम्मान करती है और अगर पंजाब के अंदर सरकार बनती है तो दलित भाईचारे का मुख्यमंत्री बनना चाहिए। मैं समझना इस तो वधिया असी पंजाब की जनता को इंसाफ देने का काम और कोई नहीं हो सकता। कांग्रेसी आगू राजकुमार वेरका ने इसके उत्ते प्रतिक्रम दिता है। कांग्रेस आगू राजकुमार वेरका का कहना है कि ये सारियां ही तरह सियासत कर रही ने ते इन्हां दे वल्लों जो सियासी दा खेडे जा रहे हैं 2022 ਦੇ ਵਿੱਚ ਕਾਮਯਾਬ ਨਹੀਂ ਹੋਣੇ। कि भाई ਅੱਜ ਦਲਿਤਾਂ ਨੂੰ ਪ੍ਰਭਾਵਣ ਵਾਸਤੇ बीजेपी भी कोशिश कर रही है, अकाली दल भी कोशिश कर रही है, लेकिन मैं तुहानू एक गल कहां कि किताबों में छपते हैं दलितों की तरक्की के किस्से, हकीकत की दुनिया में ये उनके मन में कदर नहीं है। ये कदर उन्होंने मन दे विच बिल्कुल गरीबों के प्रति नहीं हैगी। और मैं महसूस करदा है कि अज बीजेपी ये गल कह रही है कि दलित मुख्यमंत्री पंजाब च क्यों नहीं होना चाहिए। 36% आबादी है तो बीजेपी कह रही है कि पंजाब च दलित मुख्यमंत्री क्यों ना होवे। बई तुसी यूपी दे विच इन्नी पापूलेशन है, दलित अगे मुख्यमंत्री रहा है, तुसी यूपी च क्यों नहीं मुख्यमंत्री दलित बना लेंदे। तुसी बाकी स्टेटां दे विच दलित मुख्यमंत्री क्यों नहीं बना लेंदे। तुसी गुजरात दे विच दलित मुख्यमंत्री क्यों नहीं बना लेंदे। जिथे अज सरकारां है उत्थे तुसी बनाने लई तैयार नहीं। अज तुसी ये सिर्फ वोट हासिल करने वास्ते दलितां दे नां ते ये झूठे वादे झूठे लारे ला। इस दे उत्ते पंजाब के मुख्य मंत्री कैप्टन अमरिंदर सिंह ने भी अपनी प्राप्तियां गिनाईਆਂ ने ਅਤੇ दलित समाज के लिए कि कुछ खास कीता उन्होंने अपनी एक प्रेस कॉन्फ्रेंस के जरिए दसिया। इन्हां दे वास्ते ਅਸੀਂ ਵੀ ਹੈਵ ਡਨ ਕੁਆਇਟ ਅ ਲੋਟ। ਪੰਜਾਬ ਸਾਡੀ ਸਰਕਾਰ ਨੇ, ਤੁਹਾਡੀ ਸਰਕਾਰ ਤੁਸੀਂ ਸਾਰੇ ਹੋ ਰਹੇ ਹੋ ਜਿਨ੍ਹਾਂ ਨੇ ਕੀਤਾ ਜੈਸੇ ਸ਼ਗਨ ਸਕੀਮ ਜਿੱਥੇ ਪਹਿਲਾਂ ਸ਼ੁਰੂ ਹੋਈ ਸੀ ਥੋੜ੍ਹੇ ਜਿਹੇ ਅਮਾਊਂਟ 'ਚ 5100 ਦੇ ਵਿੱਚ, ਫਿਰ 15000 ਦੀ ਬਣ ਗਈ ਸੀ। ਅਸੀਂ ਉਹ ਬਣਾਈ। ਬੀਜੇਪੀ ਅਕਾਲੀ ਦਲ ਦੀ ਗਵਰਨਮੈਂਟ ਨੇ ਕੁਝ ਵੀ ਨਹੀਂ ਛੇੜਿਆ ਇਸ ਨੂੰ, ਆਪਾਂ ਹੀ ਕੀਤਾ ਸਭ ਕੁਝ। ਫਿਰ ਜਦੋਂ ਆਪਾਂ ਆਏ 2017 'ਚ ਆਪਾਂ ਨੇ 21000 ਕੀਤਾ ਔਰ ਹੁਣ ਆਪਾਂ ਨੇ 1 जुलाई तो 51,000 कर दिता ताकि इतने शगन स्कीम दे विच करे। और ये 409 करोड़ रुपये आप दे चुके हैं और 1,95,000 1.95 लोग 1,95,000 बंदियां नूं बेनीफिशरीज नूं आप दे चुके हैं इस चीज़ तो। सोशल सिक्योरिटी पेंशन असी इनू 100 तो 200 लियाए से पहला 2000 पुराने जमाने फिर असी अकाली दल ने इनू कुछ नहीं किया। फिर असी 2-2,500 तो तक ले गए से 2006 विच। फिर अकाली दल की सरकार आई 7 तो 12 इन्होंने भी नहीं कुछ किया कदे नहीं। आई डो नॉट नो, मैनू समझ नहीं आती। आ सुखबीर बादल जो मर्जी इतने बोली जाए मैं बनाऊँगा फलाना बनाऊँगा, जरा मैंने कदे दिखा तो दो कि कुछ तुसीं कीता भी है समाज वास्ते। आई अननैसेसरी उही रौला पाउण वास्ते ताकि सानूं 2 वोटां पै जाण, 2 पता नहीं पैणगियां या नहीं, पर दिस इज़ वॉट दे आर होपिंग टू, दिस इज़ देयर अचीवमेंट। फिर असीं कोटकपूरा बाइबल कलां कांड दे विच SIT दे मुखी कुंवर विजय प्रताप के अस्तीफे तो बाद सियासत पंजाब दी पखी हुई है। इस मामले दे विच ਵੱਖ-ਵੱਖਰੇ सियासी आगू अगे आ रहे हैं। आम आदमी पार्टी प्रेस कॉन्फ्रेंस करती है जिसकी अगवाई भगवंत मान करते हैं। उधर दूजे पासे लोक इंसाफ पार्टी के वलों भी प्रेस कॉन्फ्रेंस की जाती है तो इस दरम्यान एक फेसबुक पोस्ट पाई जाती है विजय प्रताप के वलों जो कि IG ने उन्होंने वलों पोस्ट के जरिए लिखा जाता है कि उन्होंने की गई रिपोर्ट एक शब्द ही अपने आप दे विच सबूत ने। ये पोस्ट ने एक बार फिर तो सियासत दे विच खलबली मचाई है। हालांकि कुंवर विजय प्रताप हजे भी अपने अस्तीफे के उत्ते अड़े हुए ने, पर पंजाब के मुख्य मंत्री ने उन्होंने अस्तीफे नूं नामंजूर कर दिता है। बंदा तो तुसीं अचानक तुसीं कहता कि ये तो बंदा चाहिए नहीं सानूं, सो इत्थों की सिद्ध हुंदा। फिर ये बहुत वड्डा एक तमाचा वजया इन्हां दी गल ते कैप्टन साहब दे ते बादल साहब दे आपस ही गठ जोड़ते कुंवर विजय प्रताप ने सारा दसता कि मैं नौकरी ही नहीं करनी जे इस माहौल च कराउणा है।
ਉਹ ਬੰਦਾ IG ਲੈਵਲ ਦਾ ਬੰਦਾ ਜਿਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹੋਣ, ਤੇ ਫਿਰ ਆਪਦੀ ਫੋਰਸ ਨੂੰ ਡਿਫੈਂਡ ਕਰਨਾ ਕਿਹਦਾ ਕੰਮ ਹੁੰਦਾ, ਉਹਦੀ ਰੱਖਿਆ ਕਰਨੀ ਕਿਹਦਾ ਕੰਮ ਹੁੰਦਾ, ਉਹਨਾਂ ਦੀ ਸੇਫਟੀ ਕਿਹਦਾ ਕੰਮ ਹੁੰਦਾ? ਹੋਮ ਮਿਨਿਸਟਰ ਦਾ। ਹੋਮ ਮਿਨਿਸਟਰ ਕੌਣ ਹੈ? ਕੈਪਟਨ ਅਮਰਿੰਦਰ ਸਿੰਘ। ਸੋ ਰਲ ਕੇ ਬਹੁਤ ਸਾਰੇ ਮੈਨੂੰ ਕਾਂਗਰਸੀਆਂ ਦੇ ਵੀ ਫੋਨ ਆਏ ਨੇ, ਕਹਿੰਦੇ ਜੀ ਸਾਡੀ ਤਾਂ ਫੱਟੀ ਪੁੱਜ ਗਈ। ਮੈਂ ਕਿਹਾ ਤੁਹਾਡੀ ਪੁੱਜਣੀ ਸੀ, ਕਿਉਂਕਿ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਦਾ ਪਾਪ ਖੱਟ ਰਹੇ ਹੋ ਤੁਸੀਂ, ਕਿ ਉਹਨਾਂ ਦੋਸ਼ੀਆਂ ਨੂੰ ਬਰੀ ਕਰਵਾ ਰਹੇ ਹੋ, ਉਹਨਾਂ ਨੂੰ ਤੁਸੀਂ ਕਲੀਨ ਚਿੱਟਾਂ ਦੇ ਰਹੇ ਹੋ। ਇਹ ਪ੍ਰਮਾਤਮਾ ਦੇਖਦਾ ਸਾਰਾ ਕੁਝ। ਸੋ ਇਹ ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਦੀ ਪੇਸ਼ਕਸ਼ ਜਾਂ ਅਰਲੀ ਰਿਟਾਇਰਮੈਂਟ ਦੀ ਪੇਸ਼ਕਸ਼ ਨੇ ਅਕਾਲੀ ਦਲ ਤੇ ਕਾਂਗਰਸੀਆਂ ਦੇ ਆਪਸ ਦੇ ਵਿੱਚ ਮਿਲੇ ਹੋਣ ਦਾ, ਜਿਹੜਾ ਪਹਿਲਾਂ ਥੋੜਾ ਬਹੁਤ ਗੱਲ ਫੈਲੀ ਹੋਈ ਸੀ, ਹੁਣ ਤਾਂ ਪੱਕੀ ਹੋ ਗਈ। ਪੰਜਾਬ ਦੇ ਬੱਚੇ ਨੂੰ ਪਤਾ ਲੱਗ ਗਿਆ ਕਿ ਕੈਪਟਨ ਸਾਹਿਬ ਤੇ ਜਿਹੜੇ ਕੇਸ ਚੱਲਦੇ ਸੀ ਘਟਾਲਿਆਂ ਦੇ, ਬਾਦਲ ਸਾਹਿਬ ਜਾਂਦੇ ਜਾਂਦੇ ਉਹਨਾਂ ਨੂੰ ਵਾਪਸ ਲੈ ਗਏ ਸੀਗੇ 2016 'ਚ, ਤੇ ਹੁਣ ਜਿਹੜੇ ਬਾਦਲ ਸਾਹਿਬ ਤੇ ਚੱਲਦੇ ਨੇ ਉਹ ਕੈਪਟਨ ਵਾਪਸ ਲੈ ਰਿਹਾ ਹੈ। ਇਹ ਆਪਸ ਦੇ ਵਿੱਚ ਇੱਕ ਦੂਜੇ ਦੇ ਅਹਿਸਾਨਾਂ ਦੇ ਬਦਲੇ ਨਿਭਾ ਰਹੇ ਨੇ, ਤੇ ਪਿਸ ਰਹੀ ਹੈ ਤਾਂ ਪੰਜਾਬ ਦੇ ਜਿਹੜੇ ਆਮ ਲੋਕ ਪਿਸ ਰਹੇ ਨੇ, ਜਨਤਾ ਪਿਸ ਰਹੀ ਹੈ, ਜਿਹੜੇ ਇਨਸਾਫ ਭਾਲਦੇ ਨੇ ਉਹ ਪਿਸ ਰਹੇ ਨੇ। ਇਹ ਤਾਂ ਆਪਦੀ ਮਨਮਰਜ਼ੀ ਦੇ ਵਕੀਲ ਹਾਰਨ ਵਾਸਤੇ ਵੀ ਕਰ ਦਿੰਦੇ ਨੇ, ਮਨਮਰਜ਼ੀ ਦੇ ਵਕੀਲ ਜਿੱਤਣ ਵਾਸਤੇ ਵੀ ਕਰ ਲੈਂਦੇ ਨੇ। ਇਹਨਾਂ ਦੇ ਸਾਰੇ ਫੈਸਲੇ ਪਹਿਲੇ ਹੀ ਹੋਏ ਨੇ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਬੈਠੇ ਖੜੇ ਰਹਿਣਗੇ? ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ। ਇਹ ਸੁਰਜੀਤ ਪਾਤਰ ਜੀ ਦੀਆਂ ਲਾਈਨਾਂ ਨੇ, ਬਿਲਕੁਲ ਅੱਜ ਸਹੀ ਸਾਬਤ ਹੋ ਰਹੀਆਂ ਨੇ ਕਿ ਉੱਥੇ ਮਤਲਬ ਅਦਾਲਤਾਂ ਦੇ ਮੂਹਰੇ ਖੜੇ ਸੁੱਕ ਗਏ ਲੋਕ ਕਿ ਇਨਸਾਫ ਮਿਲੂ, ਸ਼ਾਇਦ ਇਨਸਾਫ ਮਿਲੂ। ਉਮੀਦ ਹੈਗੀ ਸੀ, ਪਰ ਮੈਂ ਪਹਿਲੇ ਦਿਨੋਂ ਕਹਿੰਦਾ ਆ ਰਿਹਾ ਸੀ ਕਿ ਕੈਪਟਨ ਤੋਂ ਨਾ ਕਰਿਓ ਉਮੀਦ ਇਨਸਾਫ ਦੀ, ਇਹਨੇ ਨਹੀਂ ਕਰਨਾ, ਇਹ ਰਲੇ ਹੋਏ ਨੇ, ਇਹ ਆਪਸ 'ਚ ਬਸ ਠੰਡੇ ਵਾਸਤੇ 'ਚ ਪਾਉਣਗੇ। ਸੋ ਇਹ ਗੱਲ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ, ਤੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਦ੍ਰਿੜ ਇਰਾਦੇ ਦੀ, ਉਹਨਾਂ ਦੇ ਜਜ਼ਬੇ ਦੀ ਔਰ ਉਹਨਾਂ ਦੀ ਇਮਾਨਦਾਰੀ ਦੀ ਅਸੀਂ ਜਿਹੜੀ ਹੈ ਉਹ ਤਾਰੀਫ ਕਰਦੇ ਹਾਂ। ਭਗਵੰਤ ਮਾਨ ਦੀ ਗੱਲ ਤੁਸੀਂ ਸੁਣੀ। ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਰਲੇ ਮਿਲੇ ਹੋਣ ਦਾ ਇਲਜ਼ਾਮ ਲਾਇਆ, ਤੇ ਨਾਲ ਹੀ ਭਾਜਪਾ ਨੂੰ ਵੀ ਸਿਆਸੀ ਰਗੜੇ ਲਾਏ ਨੇ। ਇਸੇ ਦਰਮਿਆਨ ਵਾਦੀਆਂ ਲੋਕ ਇਨਸਾਫ ਪਾਰਟੀ ਦੇ ਬਾਅਦ ਲੋਕ ਇਨਸਾਫ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਰੱਦ ਹੋਣ ਤੋਂ ਬਾਅਦ ਅਤੇ ਉਹਨਾਂ ਦੇ ਅਸਤੀਫੇ ਦੇ ਉੱਤੇ ਨਿੰਦਾ ਪ੍ਰਸਤਾਵ ਪਾਸ ਕੀਤਾ ਹੈ। ਕੇਸ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕੀਤੀ ਹੈ। ਕਿ ਕੁਝ ਕਹਿ ਰਹੇ ਨੇ ਸਿਮਰਜੀਤ ਬੈਂਸ, ਉਹ ਸੁਣਦੇ ਹਾਂ। ਅੱਜ ਦੁੱਖ ਤੇ ਅਫਸੋਸ ਆ, ਬਾਕੀ 5 ਸਾਲ ਪਹਿਲਾਂ ਕੀਤੇ ਵਾਅਦੇ ਪਰੇ ਕਰ ਦਈਏ ਸਾਰੇ। ਅੱਜ ਉਹ ਗੁਰੂ ਜਿਹੜਾ ਸਾਨੂੰ ਸਾਡੇ ਸਵਾਸਾਂ ਤੋਂ ਪਿਆਰਾ, ਸਾਡੀ ਜਾਨ ਤੋਂ ਪਿਆਰਾ, ਉਹਦਾ ਅੰਗ ਅੰਗ ਰੂੜੀਆਂ ਦੇ ਉੱਤੇ ਰੋਲਣ ਵਾਲੇ ਲੋਕ, ਜਿਹਨੂੰ ਨਹੀਂ ਪਤਾ ਵੀ ਉਹ ਦੋਸ਼ੀ ਕੌਣ ਹੈਗੇ ਆ। ਤੇ ਜੇ ਇੱਕ ਇਮਾਨਦਾਰ IPS ਅਧਿਕਾਰੀ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਰਿਪੋਰਟ ਤਿਆਰ ਕੀਤੀ, ਤੇ ਤੁਸੀਂ ਇੰਨੀ ਕਮਜ਼ੋਰ ਪੈਰਵਾਈ ਕਰੋ ਵੀ ਉਹ ਰਿਪੋਰਟ ਹਾਈ ਕੋਰਟ ਰੱਦ ਕਰ ਦੇਵੇ, ਉਹ ਰਿਪੋਰਟ ਪਰੇ ਕਰਕੇ ਇੱਕ ਨਵੀਂ SIT ਗਠਿਤ ਕਰਨ ਦਾ ਫੈਸਲਾ ਕਰ ਦੇਵੇ, ਤੇ ਤੁਸੀਂ ਲਾਲੀਪੌਪ ਦਿਓ ਹੁਣ ਸੁਪਰੀਮ ਕੋਰਟ ਤੇ। ਸੋ ਅਸੀਂ ਇਸ ਕੰਮ ਦੀ ਲੋਕ ਇਨਸਾਫ ਪਾਰਟੀ ਘੋਰ ਨਿੰਦਾ ਕਰਦੀ ਆ। ਸਾਡਾ ਗੌਰਵ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਗੁਰੂ ਦੇ ਨਾਲ, ਚਾਹੇ ਉਹ ਮੱਥਾ ਰੰਗੜ ਹੋਵੇ, ਉਹ ਅਹਿਮਦ ਸ਼ਾਹ ਅਬਦਾਲੀ ਹੋਵੇ, ਜਿਹਨੇ ਗੁਰੂ ਦੇ ਨਾਲ ਮੱਥਾ ਲਾਇਆ, ਉਹਦਾ ਇਤਿਹਾਸ ਦੇ ਵਿੱਚ ਉਹਦੇ ਖਾਨਦਾਨ ਦਾ ਨਾਮ ਖਤਮ ਹੋ। CBSE ਦੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਲਈ ਵੱਡੀ ਖਬਰ ਹੈ। ਦੱਸਦੀ ਕਿ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੂਰੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਦੇ ਜ਼ਰੀਏ ਉਹਨਾਂ ਨੇ ਕੋਵਿਡ ਦੇ ਤਾਜ਼ਾ ਹਾਲਾਤਾਂ ਨੂੰ ਜਾਣਿਆ ਤੇ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ। CBSE ਦੇ ਵੱਲੋਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਨੇ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। 1 ਜੂਨ ਨੂੰ ਇਹਨਾਂ ਦੇ ਉੱਤੇ ਦੁਬਾਰਾ ਤੋਂ ਚਰਚਾ ਹੋਏਗੀ ਅਤੇ ਉਸ ਤੋਂ ਬਾਅਦ ਇਹਨਾਂ ਪ੍ਰੀਖਿਆਵਾਂ ਦੇ ਉੱਤੇ ਫੈਸਲਾ ਲਿਆ ਜਾਏਗਾ। ਇਸ ਦੇ ਉੱਤੇ CBSE बोर्ड के ਵਿੱਚ पढ़ने वाले विद्यार्थी की सोचते नहीं हो तो सुनाने। हम चाहते हैं कि हमारी परीक्षा जल्दी जल्दी हो जाए। हमारा जो मतलब जो परीक्षा पे हमने जितना अपना ध्यान लगाया है सारा पूरा हो सके। और ये जो सरकार हमें बोल रही है कि ये तुम्हारी परीक्षा के बाद डेट सेलेक्ट करेंगे कि इस तारीख को परीक्षा होगी, तो परीक्षा तो होनी चाहिए। क्या माइंड पे प्रेशर है अभी? बहुत प्रेशर है माइंड पे। तो किस तरीके का प्रेशर आप लोग ले रहे हैं? इस साल जैसे हमने ऑनलाइन क्लास ली थी, इस चक्कर में हमें थोड़ी बहुत नॉलेज मिल नहीं पाई जो हमें स्कूल जाके मिलती थी। जैसे हमारे देश में इलेक्शन हो रहे हैं, इसी कारण जैसे सरकार वहाँ पे सोशल डिस्टेंसिंग करके रैली करा रही है अपनी, इसी कारण सरकार ने हमारे बोर्ड भी करा देने चाहिए। हमने तैयारी तो पूरी कर रखी थी और ये टलनी नहीं चाहिए थी। हमारे हिसाब से ये परीक्षाएं होनी चाहिए थी, हमारे हित में तो है, बट इसके बीच में इलेक्शंस भी तो हो ही रहे ना।
और उसके बीच में भी जो धरने निकल रहे हैं, सब कुछ तो हो रहा है, तो हमारे पेपर ही क्यों? बट हाँ, हमारे लिए सही है, बट ये पेपर होने चाहिए। हमारे पेपर जैसे 10th के पेपर कर दिए ना कि उनके होंगे ही नहीं, उन्हें ऐसे ही पास कर दिया प्रमोटेड। हमें प्रमोट पास नहीं करना चाहिए बस। उधर केंद्र की भाजपा सरकार के वलों SC/ST कमीशन का एक वैब पोर्टल लॉन्च किया गया, जिस वैब पोर्टल के जरिए हुण SC/ST भाईचारे दीआं दिक्कतां नूं ऑनलाइन ही सुलझाउण की कोशिश होया करेगी। इस दे उत्ते SC/ST कमीशन के चेयरमैन विजय सांपला ने खास तौर पर गलबात की है कि कुछ इस दरम्यान उन्हों का कहना सी सुनते हैं। देखिए, आज हमारे आयोग का जो हमने जिस दिन अपना ये पदभार ग्रहण किया था, उसी दिन हमने घोषणा की थी कि हम बहुत जल्द पोर्टल लॉन्च करेंगे। ये हमारी चुनौतियों में था और मुझे ये अपने अधिकारियों को, अपने सहयोगियों के साथ, बाकी डिजिटल मिनिस्ट्री के साथ ये गर्व भी महसूस होता है कि मैंने वो समय से पूर्व जो कहते हैं कि उसको उस हिसाब से हमने इसको बहुत तेज़ी से किया और आज उसको माननीय मंत्री श्री रविशंकर प्रसाद जी ने इसको लॉन्च किया। ये हमारे लिए सौभाग्य की बात है और इस पोर्टल के माध्यम से हम गरीब गांव तक, हर आदमी तक, आम जन तक भी पहुंच सकते हैं। गर्व की बात है कि बाबा साहब डॉक्टर भीमराव अंबेडकर इस देश के पहले कानून मंत्री बने और आज इस देश के पहले कानून मंत्री रहने वाले महामानव अंबेडकर जी की जयंती पर हमारे आज आदरणीय रविशंकर प्रसाद सिंह जी ने इसका लॉन्च किया। वो भी आज भारत के कानून मंत्री हैं, हमारे लिए बहुत खुशी की बात है। सर, जिस तरह से हम देखिए, आज तो ये लॉन्च हुआ है, आदरणीय सांपला जी इसकी स्ट्रेटेजी बनाएंगे, हम उसमें सहयोग करेंगे और ये बात बिल्कुल सही है कि जो भारत का दलित समाज है उसको इस प्रकार के पोर्टल की बहुत आवश्यकता है और ग्रामीण भारत के अंदर एक दलित की झोपड़ी तक न्याय पहुंचाने के लिए, एक स्लम बस्ती तक न्याय पहुंचाने के लिए यह पोर्टल बहुत कारगर साबित होगा। पंजाब इस वेले दे विच इन्ना ही। फिर मुड़ हाजिर होने नवीं ते ताज़ा अपडेट्स नाल। तद तक लिए मैनूं दिओ इजाजत। बहुत बहुत धन्यवाद।